ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਤੇ ਫਿਰ ਅਸੀਂ ਕੱਲ ਇਸ ਗੱਲ ਨੂੰ ਦੇਖਿਆ ਸੀ। ਰੋਮੀਓ 3 ਬਾਬ ਉਹਦੀ 2 ਐਤ ਨੂੰ ਪੜ੍ਹੀਏ ਤੇ ਰਸੂਲ ਨੇ ਆਖਿਆ, ਹਰ ਤਰ੍ਹਾਂ ਨਾਲ ਬਹੁਤ, ਹਰ ਤਰ੍ਹਾਂ ਨਾਲ ਕਿਸੇ ਬੰਨਿਓ ਵੀ ਲਾ ਲਓ, ਹਰ ਤਰ੍ਹਾਂ ਨਾਲ ਬਹੁਤ, ਖਾਸ ਕਰ ਇਹ ਕਿ ਖੁਦਾ ਦਾ ਕਲਾਮ ਇਹਨਾਂ ਦੇ ਸਪੁਰਦ ਹੋਇਆ। ਅਫਸੋਸ ਉਹਨਾਂ ਲੋਕਾਂ ਦੇ ਉੱਤੇ, ਕਿਉਂਕਿ ਲਿਖਿਆ ਹੈ ਹਰ ਤਰ੍ਹਾਂ ਨਾਲ ਬਹੁਤ, ਕਿਉਂਕਿ ਕਲਾਮ ਸੋਨੇ ਨਾਲੋਂ ਮਹਿੰਗਾ, ਸ਼ਹਿਦ ਨਾਲੋਂ ਮਿੱਠਾ। ਕਲਾਮ ਦੇ ਬਾਰੇ ਲਿਖਿਆ ਹੈ ਕਿ ਇਹ ਤੇਰੇ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ। ਇਸ ਕਰਕੇ ਹਰ ਤਰ੍ਹਾਂ ਨਾਲ ਬਹੁਤ। ਖੁਦਾ ਦਾ ਬੰਦਾ ਦਾਊਦ ਜਿਹਨੇ ਬੜੀ ਜੰਗ ਕੀਤੀ ਔਰ ਉਸ ਜੰਗ ਵਿੱਚ ਇੰਨਾ ਕੁ ਫਤਿਹ ਕੀਤੀ ਕਿ ਬਹੁਤ ਸਾਰਾ ਮਾਲ ਉਹਨੂੰ ਮਿਲਿਆ। ਪਰ ਜ਼ਬੂਰ 119 ਉਹਦੀ 162 ਐਚ ਕਹਿੰਦਾ ਏ, ਮੈਂ ਬੜੀ ਲੁੱਟ ਪਾਉਣ ਵਾਲਿਆਂ ਦੀ ਮਾਨਤ ਏ, ਮੈਂ ਬੜੀ ਲੁੱਟ ਪਾਉਣ ਵਾਲਿਆਂ ਦੀ ਮਾਨਤ ਏ, ਕਿਉਂਕਿ ਮੈਂ ਤੇਰੇ ਕਲਾਮ ਤੋਂ ਖੁਸ਼ ਹਾਂ। ਕਲਾਮ ਤੋਂ ਅਸੀਂ ਦੁਨੀਆ ਦੀਆਂ ਚੀਜ਼ਾਂ ਦੇ ਨਾਲ ਲਿਪਟਨੇ ਆ। ਯਰਮੀਆ ਨਬੀ ਦੇ ਸੀਫ 13 ਬਾਪ ਨੂੰ ਪੜ੍ਹੋ। ਕਲਾਮ ਖੁਦਾ ਏ। ਖੁਦਾ ਨੇ ਯਰਮੀਆ ਨੂੰ ਆਖਿਆ, ਇੱਕ ਤਾਨੀ ਕਮਰਬੰਦ ਖਰੀਦ। ਉਹਨੇ ਖਰੀਦ ਲਿਆ। ਇਸ ਨੂੰ ਆਪਣੀ ਕਮਰ ਨਾਲ ਬੰਨ ਲਾ ਕਹਿੰਦਾ, ਉਹਨੇ ਬੰਨ ਲਿਆ। ਚੰਦ ਦਿਨਾਂ ਬਾਅਦ ਰੱਬ ਫੇਰ ਕਹਿਣ ਡਿਆ, ਇਹਨੂੰ ਆਪਣੀ ਕਮਰ ਤੋਂ ਲਾ ਦੇ ਤੇ ਜਾ ਕੇ ਦਰਿਆਏ ਫਰਾਤ ਦੇ ਕਿਨਾਰੇ ਚਟਾਨ ਦੇ ਸ਼ਗਾਫਾਂ ਦੇ ਵਿੱਚ ਦੱਬਿਆ। ਕਹਿੰਦਾ ਮੈਂ ਖੁਦਾ ਦੇ ਕਹਿਣ ਉੱਤੇ ਗਿਆ ਏ ਤੇ ਮੈਂ ਜਾ ਕੇ ਉਸ ਕਮਰਬੰਦ ਨੂੰ, ਜਿਹੜਾ ਬੜਾ ਕੀਮਤੀ ਕਮਰਬੰਦ ਏ, ਚਟਾਨ ਦੇ ਸ਼ਗਾਫਾਂ ਦੇ ਵਿੱਚ ਦੱਬ ਆਇਆ। ਚੰਦ ਦਿਨਾਂ ਬਾਅਦ ਰੱਬ ਫੇਰ ਕਹਿੰਦਾ ਜਾ ਕੇ ਇਹਨੂੰ ਕੱਢ ਲਾ। ਜਿਸ ਵੇਲੇ ਕਹਿੰਦਾ ਮੈਂ ਕੱਢਿਆ ਤੇ ਉਹ ਕਿਸੇ ਕੰਮ ਦਾ ਨਹੀਂ ਸੀ ਰਹਿ ਗਿਆ ਕਿ ਦੁਬਾਰਾ ਫੇਰ ਉਹਨੂੰ ਕਮਰ ਦੇ ਨਾਲ ਬੰਨਿਆ ਜਾਵੇ। ਖੁਦਾ ਦਾ ਕਲਾਮ ਫੇਰ ਮੇਰੇ ਉੱਤੇ ਕਹਿੰਦਾ ਨਾਜ਼ਲ ਹੋਇਆ ਏ ਤੇ ਉਹਨੇ ਆਖਿਆ 8 ਐਤ ਦੇ ਵਿੱਚ, ਯਰਮੀਆ 13 ਬਾਬ ਦੀ 8 ਐਤ ਦੇ ਵਿੱਚ, ਜਦੋਂ ਦੂਸਰੇ ਦੀ ਕਲਾਮ ਨਾਜ਼ਲ ਹੋਇਆ ਤੇ 9 ਐਤ 'ਚ ਉਹਨੇ ਆਖਿਆ, ਇਹ ਯਹੂਦਾ ਦਾ ਘਮੰਡ ਤੇ ਯਰੂਸ਼ਲਮ ਦਾ ਵੱਡਾ ਗਰੂਰ ਈ। ਯਰੂਸ਼ਲਮ ਦਾ ਘਮੰਡ ਤੇ ਯਹੂਦਾ ਦਾ ਘਮੰਡ ਤੇ ਯਰੂਸ਼ਲਮ ਦਾ ਵੱਡਾ ਗਰੂਰ ਈ। ਇਹ ਸ਼ਰੀਰ ਲੋਕ ਜਿਹੜਾ ਮੇਰੇ ਕਲਾਮ ਨੂੰ ਸੁਣਨ ਤੋਂ ਇਨਕਾਰ ਕਰਦੇ ਨੇ, ਮੇਰੇ ਕਲਾਮ ਨੂੰ ਸੁਣਨ ਤੋਂ ਇਨਕਾਰ ਕਰਦੇ ਨੇ, ਇਹ ਉਸ ਕਮਰਬੰਦ ਦੀ ਮਾਨਦ ਹੋਣੇ ਨੇ ਜਿਹੜਾ ਕਿਸੇ ਕੰਮ ਦਾ ਨਹੀਂ ਰਿਹਾ ਤੇ ਆਪਣੇ ਦਿਲ ਦੀ ਸਖਤੀ ਦੇ ਪੈਰ ਹੋ ਕੇ ਗੈਰ ਮਬੂਦਾਂ ਦੇ ਤਾਲਬ ਹੋ ਕੇ ਤੇ ਉਹਨਾਂ ਦੀ ਇਬਾਦਤ ਕਰਦੇ ਤੇ ਉਹਨਾਂ ਨੂੰ ਪੂਜਦੇ ਨੇ। ਉਹਨਾਂ ਦੀ ਇਬਾਦਤ ਕਰਦੇ ਤੇ ਉਹਨਾਂ ਨੂੰ ਪੂਜਦੇ ਨੇ। ਰੋਮੀਓ 1 ਬਾਬ 25 ਐਤ ਦੇ ਵਿੱਚ ਵੀ ਇਹੋ ਗੱਲ ਕੀਤੀ ਗਈ ਕਿ ਕੁਝ ਲੋਕ ਸੱਚ ਨੂੰ ਬਦਲਦੇ ਨੇ ਤੇ ਝੂਠ ਬਣਾਉਂਦੇ ਨੇ ਤੇ ਫਿਰ ਲੋਕ ਝੂਠ ਬਣਾਉਣ ਵਾਲਿਆਂ ਦੀ ਇਬਾਦਤ ਤੇ ਪ੍ਰਸਤਿਸ਼ ਕਰਦੇ ਨੇ। ਝੂਠ ਬਣਾਉਣ ਵਾਲਿਆਂ ਦੀ। ਉਹ ਬੱਚੇ ਦਾ ਬਪਤਿਸਮਾ ਭਰਾਓ, ਮੈਂ ਬਾਰ-ਬਾਰ ਦੱਸਣਾ ਹੈ, ਖੁਦਾ ਦੀ ਕੁਦਰਤ ਮੇਰੇ ਵਸੀਲੇ, ਤੁਹਾਡੇ ਵਸੀਲੇ ਕੰਮ ਕਰਨਾ ਚਾਹੁੰਦੀ ਹੈ। ਮੈਂ ਇੱਕ ਦਿਨ ਪਾਕਪਤਨ ਗਿਆ ਸੀਗਾ ਤੇ ਇੱਕ ਬਦਰੂ ਗ੍ਰਿਫਤਾਰ ਨੌਜਵਾਨ ਸਾਡੇ ਚਰਚ ਆਇਆ
ਤੇ ਬੂਆ ਨਿਕਲੀ ਤੇ ਹੱਡੀ ਤੇ ਕਹਿਣ ਲੱਗੀ, ਹਾਂਜੀ ਅਸੀਂ ਜੀ ਪਾਰੀ ਸਾਹਿਬ ਕੋਈ ਦੁਆ ਕਰਵਾਉਣ ਆਏ ਆ। ਉਹਨੇ ਆਖਿਆ ਉਹ ਤੇ ਪਾਕ ਪਤਨ ਗਿਆ ਆ। ਮੈਂ ਤੇ ਇਸ ਨੌਜਵਾਨ ਤੇ ਦੁਆ, ਇੱਕ ਨੌਜਵਾਨ ਕਹਿੰਦਾ, ਕਰਵਾਉਣ ਲਈ ਆਇਆ ਸੀ। ਮਸੀਹੀ ਨਹੀਂ ਸੀ, ਗੈਰ ਕੌਮ ਦਾ ਸੀ, ਤੇ ਮੁੰਡਾ ਮਸੀਹੀ ਲੈ ਕੇ ਆਇਆ, ਆਪਣੇ ਉਹਦਾ ਦੋਸਤ ਸੀ। ਉਹਨੇ ਆਖਿਆ ਆ ਜਾਓ, ਕੋਈ ਗੱਲ ਨਹੀਂ, ਜੇ ਤੁਸੀਂ ਚਾਹੁੰਦੇ ਹੋ ਤੇ ਖੁਦਾ ਦੀ ਕੁਦਰਤ, ਕੰਮ ਤੇ ਖੁਦਾ ਦੀ ਕੁਦਰਤ ਨੇ ਕਰਨਾ ਹੈ। ਮੈਂ ਚਰਚ ਖੋਲਣੀ, ਆ ਜਾਓ, ਦੁਆ ਕਰਨੇ ਆ। ਠੀਕ ਹੈ ਬੂਆ ਜੀ, ਕਰੋ ਦੁਆ। ਤੇ ਜਿਸ ਵੇਲੇ ਇਹਨੇ ਦੁਆ ਕੀਤੀ ਤੇ ਆਖਿਆ, ਖੁਦਾਵੰਦਾ ਇਸ ਨੌਜਵਾਨ ਨੂੰ ਤੂੰ ਠੀਕ ਕਰ ਦੇ, ਕਿਉਂਕਿ ਸ਼ਾਫੀ ਤੇ ਤੂੰ ਹੈ, ਪਾਦਰੀ ਸਾਹਿਬ ਕੋ ਤਾਂ ਕੋਈ ਸ਼ਫਾ ਨਹੀਂ, ਕਿਉਂਕਿ ਸ਼ਾਫੀ ਤੂੰ ਆ। ਤੇ ਉਸ ਨੌਜਵਾਨ ਦਾ ਮੂੰਹ, ਚਬਾੜੀ ਜਿਹੜੀ ਇੱਕ ਸਾਈਡ ਤੇ ਲੱਗ ਗਈ ਹੋਈ ਸੀ, ਜਿਹਨੂੰ ਲਕਵਾ ਕਹਿੰਦੇ, ਉਹਦਾ ਮੂੰਹ ਵਿੰਗਾ ਹੋ ਗਿਆ ਸੀ। ਖੁਦਾ ਨੇ ਫੌਰਨ ਉਹਦਾ ਮੂੰਹ ਠੀਕ ਕਰ ਦਿੱਤਾ, ਕਿਉਂਕਿ ਰਸੂਲਾਂ ਨੇ ਵੀ, ਰਸੂਲਾਂ ਦੀ ਇਮਾਲ, ਜਿਸ ਵੇਲੇ ਅਸੀਂ 4 ਬਾਪ 29 ਐਤ ਨੂੰ ਪੜ੍ਹਦੇ ਹਾਂ ਤੇ ਇਹੋ ਹੀ ਦਰਖਾਸਤ ਰੱਖੀ ਸੀ ਕਿ ਖੁਦਾਵੰਦ ਇਹਨਾਂ ਦੀਆਂ ਧਮਕੀਆਂ ਨੂੰ ਵੇਖ, ਆਪਣੇ ਲੋਕਾਂ ਨੂੰ ਤੌਫੀਕ ਦੇ ਕਿ ਤੇਰਾ ਕਲਾਮ ਕਮਾਲ ਦਲੇਰੀ ਦੇ ਨਾਲ ਸੁਣਾਈਏ, ਤੇਰੇ ਪਾਕ ਖਾਦਮ ਯਸੂ ਦੇ ਨਾਂ ਤੋਂ ਮੋਜ਼ੇ ਤੇ ਅਜੀਬ ਕੰਮ ਜ਼ਹੂਰ ਚ ਆਉਣ, ਕਿਉਂਕਿ ਤੇਰਾ ਹੱਥ ਵਧੇ। ਉੱਥੇ ਖੁਦਾ ਦਾ ਹੱਥ ਵਧਿਆ, ਖੁਦਾ ਦੀ ਖਾਦਮਾਂ ਦਾ ਹੱਥ ਨਹੀਂ ਵਧਿਆ, ਜਾਂ ਮੇਰਾ ਹੱਥ ਨਹੀਂ ਵਧਿਆ, ਜਾਂ ਤੁਹਾਡਾ ਹੱਥ ਨਹੀਂ ਵਧੇਗਾ। ਜੇ ਉਹਨੇ ਆਖਿਆ ਈਮਾਨ ਲਿਆਉਣ ਵਾਲੇ ਦਰਮਿਆਨ ਮੋਜ਼ੇ ਹੋਣਗੇ, ਤੇ ਖੁਦਾ ਤੁਹਾਡੇ ਵਸੀਲੇ ਤੇ ਮੋਜ਼ੇ ਕਰਨਾ ਚਾਹੁੰਦਾ ਹੈ। ਲੇਕਿਨ ਅਫਸੋਸ ਕਿ ਅਸੀਂ ਕਲਾਮ ਨੂੰ ਰੱਦ ਕਰਕੇ ਤੇ ਉਸ ਕੁਦਰਤ ਨੂੰ ਹਾਸਲ ਹੀ ਨਹੀਂ ਕਰਨਾ ਚਾਹੁੰਦੇ। ਖੁਦਾ ਦੀ ਖਾਦਮਾਂ ਨੇ ਡਾਂਟਿਆ ਇਬਲੀਸ ਨੂੰ ਫੌਰਨ, ਉਹ ਨੌਜਵਾਨ ਅੱਛਾ ਹੋ ਗਿਆ। ਉਹ ਜੁੱਤੀ ਵੀ ਭੁੱਲ ਗਿਆ, ਜੁੱਤੀ ਵੀ ਨਹੀਂ ਪਾ ਕੇ ਗਿਆ, ਦੌੜਾ ਗਿਆ ਆਪਣੇ ਘਰ ਨੂੰ ਤੇ ਆਪਣੇ ਮਾਮਾ ਨੂੰ ਜਾ ਕੇ ਦੱਸਣ ਲੱਗਾ। ਜਦੋਂ ਉਹਦੇ ਮਾਮੇ ਨੇ ਉਹਦਾ ਮੂੰਹ ਵੇਖਿਆ, ਉਹ ਤੈਨੂੰ ਕੀ ਹੋਇਆ, ਤੂੰ ਤੇ ਬਿਮਾਰ ਗਿਆ ਸੀ। ਕਹਿੰਦਾ ਮੈਂ ਠੀਕ ਹੋ ਗਿਆ, ਮੈਨੂੰ ਖੁਦਾ ਯਿਸੂ ਮਸੀਹ ਨੇ ਅੱਛਾ ਕਰ ਦਿੱਤਾ ਹੈ। ਮੈਂ ਚਰਚ ਗਿਆ ਸੀ, ਫਿਰ ਉਹਨਾਂ ਸਾਡੀ ਦਾਵਤ ਕੀਤੀ। ਸੋ ਭਲਿਓ, ਖੁਦਾ ਆਪਣੇ ਲੋਕਾਂ ਦੇ ਵਿੱਚ ਦੀ ਹੋ ਕੇ ਕੰਮ ਕਰਨਾ ਚਾਹੁੰਦਾ ਹੈ। ਲੇਕਿਨ ਅਫਸੋਸ, ਜਿਹਨਾਂ ਕੋ ਕਲਾਮ ਹੈ, ਤੇ ਬਹੁਤ ਲਿਖਿਆ ਹੈ ਰੋਮੀਓ 3 ਬਾਪ 2 ਐਚ ਕਿ ਬਹੁਤ ਖੁਦਾ ਦਾ ਕਲਾਮ ਤੁਹਾਡੇ ਸਪੁਰਦ ਹੋਇਆ। ਰਸੂਲ ਸ਼ਫਾ ਲਈ ਉਹਨੂੰ ਕਹਿੰਦੇ ਆ, ਕਲਾਮ ਲਈ ਆਪਣੇ ਲਈ ਕਹਿੰਦੇ ਨੇ ਕਿ ਅਸੀਂ ਤੇਰਾ ਕਲਾਮ ਕਮਾਲ ਦਲੇਰੀ ਨਾ ਸੁਣਾਈਏ। ਇਮਾਲ ਦੀ ਕਿਤਾਬ 4 ਬਾਪ 29 ਐਤ ਤੋਂ ਪੜ੍ਹੋ। ਤੇਰਾ ਹੱਥ ਸ਼ਫਾ ਦੇ ਨਹੀਂ ਵਧੇ, ਤੇਰੇ ਪਾਕ ਖਾਦਮ ਯਸੂ ਦੇ ਨਾਂ ਤੋਂ ਮੋਜ਼ੇ ਹੋਣ। ਤੇ ਲਿਖਿਆ, ਜਿਸ ਘਰ 'ਚ ਬੈਠੇ ਸੀ ਉਹ ਘਰ ਹਿੱਲ ਗਿਆ ਤੇ ਰੂਲ ਕੁਦਸ ਨਾਲ ਭਰ ਗਏ, ਤੇ ਉਹ ਕਮਾਲ ਦਲੇਰੀ ਦੇ ਨਾਲ ਉਹਨਾਂ ਨੇ ਕਲਾਮ ਸੁਣਾਉਣਾ ਸ਼ੁਰੂ ਕਰ ਦਿੱਤਾ। ਸੋ ਭਲਿਓ, ਕਲਾਮ ਸੁਣਾਈਏ, ਹੱਕ ਦੀ ਬੋਲੀ ਬੋਲੀਏ। ਇਹ ਛੋਟੀ ਜਿਹੀ ਗੱਲ ਨਹੀਂ, ਲਿਖਿਆ ਹੈ ਬਹੁਤ, ਉਹਦੇ ਨਾਲ ਲਿਪਟੇ ਰਹੀਏ। ਉਹ ਐਵੇਂ ਝੂਠੀਆਂ ਤਨਜ਼ੀਮਾਂ ਨਾਲ ਲਿਪਟੇ ਰਹੀਏ, ਝੂਠਿਆਂ ਅੰਬੋਆਂ ਗੁਰੂਆਂ ਡਿਨਾਮੀਨੇਸ਼ਨਾਂ ਟੋਲਿਆਂ ਨਾਲ ਲਿਪਟੇ ਰਹੀਏ। ਕਦੀ ਪਲੂਸ ਰਸੂਲ ਵੀ ਲਿਪਟਿਆ ਹੋਇਆ ਸੀ। ਗਲਤੀ ਉਹ ਪਹਿਲਾ ਬਾਪ 13-14 ਐਤ ਨੂੰ ਕੱਢ ਕੇ ਵੇਖ ਲਓ। ਕਹਿੰਦਾ ਯਹੂਦੀ ਤਰੀਕ ਵਿੱਚ ਮੈਂ ਇੰਨਾ ਸਰਗਰਮ ਸੀ, ਆਪਣੇ ਹਮ ਉਮਰਾਂ ਤੋਂ ਅੱਗੇ ਵੱਧਦਾ ਜਾਂਦਾ ਸੀ। ਉਸ ਵੇਲੇ ਕਹਿੰਦਾ ਮੈਂ ਕਲੀਸਿਆ ਨੂੰ ਸਤਾਉਂਦਾ ਤੇ ਤਬਾਹ ਕਰਦਾ ਸੀ, ਬਜ਼ੁਰਗਾਂ ਦੀਆਂ ਰਵਾਇਤਾਂ 'ਚ ਮਗਨ ਸੀਗਾ। ਅੱਜ ਵੀ ਅਸੀਂ ਰਵਾਇਤਾਂ 'ਚ ਮਗਨ। ਇੱਕ ਬੰਨੇ ਕਲਾਮ ਹੈ, ਉਹ ਜਿਹੜਾ ਸਾਡੇ ਸਪੁਰਦ ਹੋਇਆ ਤੇ ਲਿਖਿਆ ਬਹੁਤ, ਅਸੀਂ ਇਹਨੂੰ ਨਹੀਂ ਲਿਪਟਦੇ, ਇਹਨੂੰ ਨਹੀਂ ਮੰਨਦੇ। ਝੂਠੀਆਂ ਤਨਜ਼ੀਮਾਂ ਨੂੰ ਮੰਨਦੇ ਹਾਂ ਤੇ ਉਹਨਾਂ ਨੂੰ ਪੂਜਨੇ ਆ, ਉਹਨਾਂ ਦੀ ਫਿਰ ਇਬਾਦਤ। ਬਾਈਬਲ ਦੱਸਦੀ ਹੈ, ਯਰਮੀਆਂ 13 ਬਾਪ ਉਹਦੀ 10 ਐਤ 'ਚ ਲਿਖਿਆ, ਤੁਸੀਂ ਇਹਨਾਂ ਨੂੰ ਪੂਜਦੇ ਹੋ, ਇਹਨਾਂ ਦੀ ਇਬਾਦਤ ਕਰਦੇ ਹੋ, ਝੂਠਿਆਂ ਦੀ। ਤੇ ਫਿਰ ਤੁਸੀਂ ਉਸ ਕਮਰਬੰਦ ਦੀ ਮਾਨਦ ਹੋਣੇ ਜਿਹੜੇ ਕਿਸੇ ਕੰਮ ਦਾ ਨਹੀਂ ਰਹਿ ਗਿਆ। ਕਿਉਂਕਿ ਜਿਸ ਤਰ੍ਹਾਂ ਕਮਰਬੰਦ ਇਨਸਾਨ ਦੀ ਕਮਰ ਨਾਲ ਲਿਪਟਿਆ ਰਵੇ, ਇਸ ਤਰ੍ਹਾਂ ਖੁਦਾਵੰਦ ਕਹਿੰਦਾ ਹੈ ਮੈਂ ਤੁਹਾਨੂੰ ਲਿਆ ਹੈ, ਇਸਰਾਈਲ ਦੇ ਘਰਾਣੇ ਨੂੰ ਤੇ ਯਹੂਦਾ ਦੇ ਘਰਾਣੇ ਨੂੰ ਲਿਆ ਕਿ ਮੇਰੇ ਨਾਲ ਲਿਪਟ ਜਾਓ, ਤੁਸੀਂ ਮੇਰੇ ਲੋਕ ਹੋਵੋ, ਤੁਹਾਡੇ ਵਸੀਲੇ ਮੇਰਾ ਨਾਂ
ਹੋਵੇ, ਮੇਰੀ ਸਤਾਇਸ਼ ਲੋਕ ਕਰਨ ਤੁਹਾਡੇ ਵਸੀਲੇ। ਖੁਦਾ ਅੱਜ ਮੈਨੂੰ ਤੁਹਾਨੂੰ ਵਸੀਲਾ ਬਣਾਉਣਾ ਚਾਹੁੰਦਾ ਹੈ, ਪਰ ਇਹ ਉਸ ਵੇਲੇ ਹੋਵੇਗਾ ਜਿਸ ਲਈ ਅਸੀਂ ਝੂਠੀਆਂ ਤਨਜ਼ੀਮਾਂ ਦਾ ਖਹਿੜਾ ਛੱਡਾਂਗੇ। ਉਹ ਅਸੀਂ ਬਾਈਬਲ ਦੀ ਨਜਾਤ ਦਹਿੰਦੇ ਦੀ ਗੱਲ ਮੰਨਾਂਗੇ। ਉਹ ਅਸੀਂ ਖੁਦਾ ਦੇ ਨਾਲ ਮਿਲ ਕੇ ਕੰਮ ਕਰਾਂਗੇ। ਪਹਿਲੋਂ ਲੋਕਾਂ ਨਾਲ ਮਿਲ ਕੇ ਕਰਦਾ ਸੀ, ਲੇਕਿਨ ਪਹਿਲਾ ਕਰੰਥੀਓ 3:9 ਨੂੰ ਪੜ੍ਹੀਏ ਤੇ ਕਹਿੰਦਾ ਹੁਣ ਅਸੀਂ ਖੁਦਾ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ ਹਾਂ, ਤੇ ਤੁਸੀਂ ਖੁਦਾ ਦੀ ਖੇਤੀ ਤੇ ਇਮਾਰਤ। ਫਿਰ ਉਹਦੀ ਖੇਤੀ 'ਚ ਉਹ ਦੁਨੀਆ ਭਰਾਵੋ ਦੀ ਖੇਤੀ ਹੈ, ਛੱਡਦੀ ਇਹਨਾਂ ਦਾ ਝੂਠੀਆਂ ਤਨਜ਼ੀਮਾਂ ਦਾ ਖਹਿੜਾ। ਉਹਦੀ ਖੇਤੀ, ਉਹਦੀ ਇਮਾਰਤ ਦੁਨੀਆ ਹੈ। ਇਹਨਾਂ ਦੁਨੀਆ 'ਚ ਕੰਮ ਕਰੀਏ। ਭਲਿਓ ਮੈਂ ਖੁਦਾ ਦਾ ਸ਼ੁਕਰ ਕਰਨਾ ਹੈ, ਮੈਨੂੰ ਖੁਦਾ ਨੇ ਮੁਲਕਾਂ 'ਚ ਇਸਤੇਮਾਲ ਕੀਤਾ ਹੈ ਔਰ ਕਰਨ ਡਿਆ ਹੈ। ਮੈਂ ਪਿੰਡਾਂ ਤੋਂ, ਸ਼ਹਿਰਾਂ ਤੋਂ, ਭੱਠਿਆਂ ਤੋਂ ਕੰਮ ਸ਼ੁਰੂ ਕੀਤਾ। ਖੁਦਾ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ 'ਚ ਲੱਗਿਆ ਏ, ਉਹਨੇ ਖਿਦਮਤ ਲਈ ਏ ਵੱਡੇ ਵੱਡੇ ਸ਼ਹਿਰਾਂ 'ਚ, ਔਰ ਖੁਦਾ ਨੇ ਖਾਦਮ ਖੜੇ ਕੀਤੇ ਨੇ ਜਿਹੜੇ ਖਿਦਮਤ ਕਰਦੇ ਨੇ। ਖੁਦਾ ਮੈਨੂੰ ਥਾਈਲੈਂਡ 'ਚ ਲੈ ਗਿਆ, ਪਹਿਲਾ ਚਰਚ ਜਿਹੜਾ ਆਪਣੀ ਬੋਲੀ ਦੇ ਵਿੱਚ ਸੀਗਾ, ਉੱਥੇ ਮੈਂ ਚਲਾਇਆ। ਖੁਦਾ ਸਵੀਡਨ 'ਚ ਲੈ ਕੇ ਗਿਆ, ਖੁਦਾ ਸਵਿਟਜ਼ਰਲੈਂਡ ਲੈ ਕੇ ਗਿਆ, ਖੁਦਾ ਜਰਮਨ ਲੈ ਕੇ ਗਿਆ, ਬੈਲਜੀਅਮ ਲੈ ਕੇ ਗਿਆ, ਔਰ ਖੁਦਾ ਲੰਦਨ ਲੈ ਕੇ ਗਿਆ। ਅੱਗੇ ਉਹਦਾ ਪਤਾ ਨਹੀਂ ਕੀ ਪਲਾਨ ਹੈ, ਕਿਉਂਕਿ ਪੌਲੁਸ ਰਸੂਲ ਜਿਸ ਵੇਲੇ ਦੂਸਰਾ ਕਰੰਥੀਓ 2:14 ਕਹਿੰਦਾ ਏ, ਉਹ ਅਸੀਰਾਂ ਦੀ ਤਰ੍ਹਾਂ ਸਾਨੂੰ ਗਸ਼ਤ ਕਰਵਾਉਂਦਾ ਹੈ ਤੇ ਆਪਣੇ ਕਲਾਮ ਤੇ ਇਲਮ ਦੀ ਖੁਸ਼ਬੂ ਨੂੰ ਸਾਡੇ ਵਸੀਲੇ ਫੈਲਾਉਂਦਾ ਹੈ। ਆਓ ਵਸੀਲਾ ਬਣ ਜਾਈਏ। ਈਮਾਨ ਲਿਆ ਕੇ ਬਪਤਿਸਮਾ ਲੈ ਲਈਏ, ਉਹ ਭਰਾਓ ਚੰਗੇ ਰਹਿ ਜਾਣਗੇ। ਜੇ ਉਹਨੇ ਆਖਿਆ ਈਮਾਨ ਲਿਆਉਣ ਵਾਲਿਆਂ ਦਰਮਿਆਨ ਮੋਜਜ਼ੇ ਹੋਣਗੇ, ਤੇ ਖੁਦਾ ਕਰਨਾ ਚਾਹੁੰਦਾ ਏ, ਅਸੀਂ ਉਹਦੀ ਗੱਲ ਦਾ ਯਕੀਨ ਹੀ ਨਹੀਂ ਕਰਦੇ, ਬਲਕਿ ਉਹਦੀ ਗੱਲ ਨੂੰ ਰੱਦ ਕਰਨੇ ਆ। ਤੇ ਮਲਾਕੀ 2:10 'ਚ ਲਿਖਿਆ ਏ, ਕਿਆ ਸਾਡਾ ਸਾਰਿਆਂ ਦਾ ਇੱਕੋ ਹੀ ਪਿਓ ਨਹੀਂਗਾ? ਕਿਆ ਇੱਕੋ ਹੀ ਖੁਦਾ ਤੋਂ ਅਸੀਂ ਪੈਦਾ ਨਹੀਂ ਗਏ ਹੋਏ? ਫਿਰ ਕਿਉਂ ਅਸੀਂ ਆਪਣੇ ਭਰਾਵਾਂ ਨਾਲ ਬੇਵਫਾਈ ਕਰਨੇ ਆ ਤੇ ਆਪਣੇ ਬਾਪ ਦਾਦਾ ਦੇ ਅਹਿਦ ਦੀ, ਉਹ ਜਿਹੜੀ ਬੜੀ ਦੌਲਤ, ਆਪਣੇ ਬਾਪ ਦਾਦਾ ਦੇ ਅਹਿਦ ਦੀ ਬੇਹੁਰਮਤੀ ਕਰਨੇ ਆ। ਜਦੋਂ ਇਹਦੀ ਗੱਲ ਨੂੰ ਰੱਦ ਕਰਨੇ ਆ, ਇਹਦੀ ਇੱਜ਼ਤ ਨਹੀਂ ਕਰਨੀ। ਹਾਲਾਂਕਿ ਯਰਮੀਆ 2:31 'ਚ ਆਖਿਆ, ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰਿਓ। ਅਸੀਂ ਲਿਹਾਜ਼ ਨਹੀਂ ਕਰਦੇ, ਬਲਕਿ ਅਸੀਂ ਇਹਦੀ ਬੇਹੁਰਮਤੀ ਕਰਨੇ ਆ। ਤੇ ਆਓ ਅੱਜ ਵੇਲਾ ਹੈ ਇਹਦੀ ਇੱਜ਼ਤ ਕਰੀਏ, ਤਾਂ ਕਿ ਸਾਡਾ ਰੱਬ ਸਾਡੀ ਇੱਜ਼ਤ ਕਰੇ। ਕਿਉਂਕਿ ਯਰਮੀਆ 12 ਉਹਦੀ 7 ਤੇ 8 'ਚ ਲਿਖਿਆ, ਮੈਂ ਆਪਣੇ ਲੋਕਾਂ ਨੂੰ ਤਰਕ ਕਰ ਦਿੱਤਾ, ਮੈਂ ਆਪਣੀ ਮਿਰਾਸ ਨੂੰ ਰੱਦ ਕਰ ਦਿੱਤਾ, ਮੈਂ ਆਪਣੇ ਦਿਲ ਦੀ ਮਹਿਬੂਬਾ ਨੂੰ ਉਹਦੇ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ। ਕਿਆ ਸਾਡਾ ਰੱਬ ਇੱਦਾਂ ਦਾ ਰੱਬ ਹੈ? ਉਹ ਕਹਿੰਦਾ ਮੈਂ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ। ਕਿਉਂ ਭਾਈ? ਲਿਖਿਆ, ਮੇਰੀ ਮਿਰਾਸ ਮੇਰੇ ਲਈ ਜੰਗਲੀ ਸ਼ੇਰ ਬਣ ਗਈ, ਤੇ ਉਹਨਾਂ ਮੇਰੇ ਖਿਲਾਫ ਆਪਣੀ ਆਵਾਜ਼ ਨੂੰ, ਮੇਰੇ ਖਿਲਾਫ, ਬਾਈਬਲ ਦੇ ਖਿਲਾਫ ਅਸੀਂ ਬੋਲੇ, ਮੇਰੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਕਹਿੰਦਾ ਇਸ ਲਈ ਮੈਨੂੰ ਇਹਨਾਂ ਤੋਂ ਨਫ਼ਰਤ ਹੋ ਗਈ। ਤੇ ਆਓ ਨਫ਼ਰਤ ਕਰਨ ਵਾਲਾ ਖੁਦਾ ਅੱਜ ਕਹਿੰਦਾ ਹੈ, ਯਰਮੀਆ 2:31 'ਚ, ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰੋ। ਅਸੀਂ ਉਹਦਾ ਲਿਹਾਜ਼ ਕਰਾਂਗੇ, ਉਹ ਸਾਡਾ ਲਿਹਾਜ਼ ਕਰੇਗਾ, ਅਸੀਂ ਚੰਗੇ ਰਹਿ ਜਾਵਾਂਗੇ। ਤੇ ਆਓ ਫਿਰ ਭਰਾਓ, ਇਸ ਚੈਨਲ ਨੂੰ, ਰੱਬ ਦੀਆਂ ਗੱਲਾਂ, YouTube ਦੇ ਉੱਤੇ ਮੇਰਾ ਚੈਨਲ ਹੈ, ਅਸੀਂ ਇਹਨੂੰ ਲਾਈਕ ਕਰੀਏ, ਸ਼ੇਅਰ ਕਰੀਏ, ਬੈਲ ਦਾ ਬਟਨ ਦਬਾਈਏ, ਤਾਂ ਕਿ ਇਹ ਰੱਬ ਦੀਆਂ ਗੱਲਾਂ ਸਾਡੇ ਤੱਕ ਪਹੁੰਚਦੀਆਂ ਰਹਿਣ। ਖੁਦਾ ਤੈਨੂੰ ਬਰਕਤ ਦੇਵੇ।